ਤੇ ਆਕਾਸ਼ਬਾਣੀ ਹੈ। ਖਬਰਾਂ ਦੀ ਸਪਲੇਟਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਯੂਨੀਕੋਰਨਸ ਦੀ ਗਿਣਤੀ 100 ਤੱਕ ਪਹੁੰਚਣ ਤੇ ਮਾਣ ਜਤਾਇਆ। ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਯੂਨੀਕੋਰਨਸ ਦਾ ਕੁੱਲ ਮੁਲਾਂਕਣ 25 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਭਾਸ਼ਾਈ ਵੰਨ ਸੁਵੰਨਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਵਾਲੇ ਸਧਾਰਨ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤੀਰਥ ਸਥਾਨਾਂ, ਚਾਰਧਾਮ ਯਾਤਰਾ, ਅਮਰਨਾਥ ਯਾਤਰਾ, ਪੰਦਾਪੁਰ ਯਾਤਰਾ ਤੇ ਜਗਨਨਾਥ ਯਾਤਰਾ ਦਾ ਸਨਮਾਨ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ। ਦੱਖਣ ਪੱਛਮੀ ਮੌਨਸੂਨ ਅੱਜ ਕੇਰਲਾ ਪਹੁੰਚ ਗਿਆ। ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਜ ਮਾਨਸਾ ਜ਼ਿਲ੍ਹੇ ਦੇ ਜਵਾਰਕੇ ਪਿੰਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਅੱਜ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਅਮਨ ਫੌਜ ਦਿਵਸ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ UN ਅਮਨ ਫੌਜਾਂ ਦੀ ਦਲੇਰੀ ਤੇ ਸਮਰਪਣ ਨੂੰ ਸਲਾਮ ਕੀਤਾ ਅਤੇ ਬੰਗਲਾਦੇਸ਼ ਭਾਰਤ ਮੁਸਾਫਰ ਰੇਲ ਸੇਵਾਵਾਂ ਅੱਜ ਢਾਕਾ ਤੋਂ ਮੈਤਰੀ ਐਕਸਪ੍ਰੈਸ ਤੇ ਰਵਾਨਾ ਹੋਣ ਦੇ ਨਾਲ 2 ਸਾਲਾਂ ਮਗਰੋਂ ਮੁੜ ਸ਼ੁਰੂ ਹੋ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਦੇਸ਼ ਵਿੱਚ ਯੂਨੀਕੋਰਨਸ ਦੀ ਗਿਣਤੀ 100 ਤੱਕ ਪਹੁੰਚ ਗਈ ਹੈ। ਆਕਾਸ਼ਵਾਣੀ ਤੇ ਆਪਣੇ 99 ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਯੂਨੀਕੋਰਨਸ ਦੀ ਕੁੱਲ ਕੀਮਤ $330 ਅਰਬ ਤੋਂ ਜ਼ਿਆਦਾ ਹੈ, ਜੋ ਕਿ 25 ਲੱਖ ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇੱਕ ਯੂਨੀਕੋਰਨ ਦੀ ਘੱਟੋ ਘੱਟ ਕੀਮਤ 7,500 ਕਰੋੜ ਰੁਪਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਯੂਨੀਕੋਰਨਸ ਦੀ ਔਸਤਨ ਸਾਲਾਨਾ ਵਾਧਾ ਦਰ ਅਮਰੀਕਾ, ਬਰਤਾਨੀਆ ਤੇ ਹੋਰ ਕਈ ਦੇਸ਼ਾਂ ਨਾਲੋਂ ਵੱਧ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਭਾਰਤੀ ਯੂਨੀਕੋਰਨਸ ਵਿਲੱਖਣ ਨੇ ਤੇ ਬਹੁਤ ਸਾਰੇ ਖੇਤਰਾਂ ਜਿਵੇਂ ਈ-ਕਾਮਰਸ, ਫਿਨਟੈਕ, ਐਜੂਟੈਕ ਤੇ ਬਾਇਓਟੈਕ ਖੇਤਰਾਂ ਵਿੱਚ ਚੱਲ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਦਰਸਾਉਂਦਾ ਕਿ ਭਾਰਤ ਵਿੱਚ ਜਿਸ ਕੋਲ ਵੀ ਕੋਈ ਕਾਢ ਵਾਲੇ ਵਿਚਾਰ ਨੇ ਧਨ ਪੈਦਾ ਕਰ ਸਕਦਾ ਹੈ। ਇਹ ਕਹਿੰਦੇ ਕਿ ਭਾਰਤ ਦਾ ਇਹ ਸਟਾਰਟਅਪ ਈਕੋਸਿਸਟਮ ਸਿਰਫ ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਛੋਟੇ ਸ਼ਹਿਰਾਂ ਤੇ ਛੋਟੇ ਕਸਬਿਆਂ ਤੋਂ ਵੀ ਉਦਮੀ ਉੱਭਰ ਰਹੇ ਨੇ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਟਾਰਟਅਪ ਵਿਸ਼ਵ ਲਈ ਸਹੀ ਰਹਿਨੁਮਾਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਜਿਹੇ ਬਹੁਤ ਸਾਰੇ ਰਹਿਨੁਮਾ ਨੇ ਜਿਨ੍ਹਾਂ ਨੇ ਸਟਾਰਟਅਪ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਦੇਸ਼ ਦੀ ਵੰਨ ਸੁਵੰਨਤਾ ਬਾਰੇ ਗੱਲ ਕਰਦਿਆਂ ਸ਼੍ਰੀ ਮੋਦੀ ਨੇ ਕਲਪਨਾ ਦਾ ਉਦਾਹਰਨ ਦਿੱਤਾ, ਜਿਸ ਦੀਆਂ ਕੋਸ਼ਿਸ਼ਾਂ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਸਹੀ ਭਾਵਨਾ ਨਾਲ ਭਰੀਆਂ ਹੋਈਆਂ ਨੇ। ਉਸਨੇ ਹਾਲ ਹੀ ਵਿੱਚ ਕਰਨਾਟਕਾ ਵਿੱਚ 10ਵੀਂ ਦਾ ਇਮਤਿਹਾਨ ਪਾਸ ਕੀਤਾ। ਪ੍ਰਧਾਨ ਮੰਤਰੀ ਨੇ ਉਸ ਦੀ ਸਫਲਤਾ ਦੀ ਇੱਕ ਵਿਸ਼ੇਸ਼ ਗੱਲ ਦੱਸਦਿਆਂ ਜ਼ਿਕਰ ਕੀਤਾ ਕਿ ਕਲਪਨਾ ਨੂੰ ਕੁਝ ਸਮਾਂ ਪਹਿਲਾਂ ਤੱਕ ਕੰਨੜ ਭਾਸ਼ਾ ਨਹੀਂ ਆਉਂਦੀ ਸੀ। ਉਸਨੇ 3 ਮਹੀਨਿਆਂ ਦੇ ਵਿੱਚ ਹੀ ਕੰਨੜ ਭਾਸ਼ਾ ਸਿੱਖੀ ਤੇ 92% ਅੰਕ ਹਾਸਲ ਕੀਤੇ। ਸ਼੍ਰੀ ਮੋਦੀ ਨੇ ਉਸਦੇ ਸੰਜਮ ਲਈ ਉਸਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਬਹੁਤ ਸਾਰੇ ਲੋਕ ਉਹ ਨੇ ਜੋ ਕਿ ਦੇਸ਼ ਦੀ ਭਾਸ਼ਾਈ ਵੰਨ ਸੁਵੰਨਤਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਨੇ। ਸਫਾਈ ਦੇ ਵਿਸ਼ੇ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਉੱਤਰਾਖੰਡ ਵਿੱਚ ਚਾਰਧਾਮ ਦੀ ਪਵਿੱਤਰ ਯਾਤਰਾ ਚੱਲ ਰਹੀ ਹੈ ਤੇ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਕੇਦਾਰਨਾਥ ਵਿੱਚ ਕੁਝ ਸ਼ਰਧਾਲੂਆਂ ਵੱਲੋਂ ਗੰਦਗੀ ਫੈਲਾਈ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਤੇ ਇਸ ਲਈ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੱਲ ਰਹੀ ਤੀਰਥ ਯਾਤਰਾ ਤੇ ਉੱਥੇ ਗੰਦਗੀ ਫੈਲਾਉਣਾ ਸਹੀ ਨਹੀਂ ਹੈ, ਪਰ ਉਨ੍ਹਾਂ ਕਿਹਾ ਕਿ ਇੱਥੇ ਕਈ ਅਜਿਹੇ ਸ਼ਰਧਾਲੂ ਵੀ ਨੇ ਜੋ ਬਾਬਾ ਕੇਦਾਰਨਾਥ ਧਾਮ ਦੀ ਪੂਜਾ ਕਰਨ ਦੇ ਨਾਲ ਨਾਲ ਇਲਾਕੇ ਵਿੱਚ ਸਫਾਈ ਵੀ ਕਰ ਰਹੇ ਨੇ। ਕੁਝ ਰਹਿਣ ਦੇ ਟਿਕਾਣਿਆਂ ਨੇੜੇ ਸਫਾਈ ਕਰਦੇ ਨੇ, ਜਦਕਿ ਦੂਜੇ ਯਾਤਰਾ ਦੇ ਰਾਹ ਦੇ ਨਾਲ ਸਫਾਈ ਵਿੱਚ ਲੱਗੇ ਹੋਏ ਨੇ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮੁਹਿੰਮ ਟੀਮ ਦੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਤੇ ਸਵੈ ਸੇਵੀ ਸੰਸਥਾਵਾਂ ਵੀ ਕੰਮ ਕਰ ਰਹੀਆਂ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਤੀਰਥ ਸੇਵਾ ਵੀ ਤੀਰਥ ਯਾਤਰਾ ਦੇ ਵਾਂਗ ਹੀ ਮਹੱਤਵਪੂਰਨ ਹੈ ਤੇ ਤੀਰਥ ਸੇਵਾ ਦੇ ਬਿਨਾਂ ਇਹ ਅਧੂਰੀ ਹੈ। ਇੱਥੇ ਉੱਤਰਾਖੰਡ ਵਿੱਚ ਬਹੁਤ ਸਾਰੇ ਲੋਕ ਸਫਾਈ ਤੇ ਸੇਵਾ ਦੇ ਕੰਮ ਵਿੱਚ ਲੱਗੇ ਹੋਏ ਨੇ। ਉਨ੍ਹਾਂ ਨੇ ਰੁਦਰ ਪ੍ਰਯਾਗ ਦੇ ਬੈਂਜ਼ਵਾਲ ਬਾਰੇ ਗੱਲ ਕੀਤੀ। ਉਹ ਪਿਛਲੇ 25 ਸਾਲਾਂ ਤੋਂ ਚੁਗਿਰਦੇ ਦੀ ਸਾਂਭ ਸੰਭਾਲ ਵਿੱਚ ਲੱਗੇ ਹੋਏ ਨੇ। ਸਫਾਈ ਅਭਿਆਨ ਚਲਾਉਣ ਦੇ ਇਲਾਵਾ ਉਹ ਪਵਿੱਤਰ ਸਥਾਨਾਂ ਨੂੰ ਪਲਾਸਟਿਕ ਮੁਕਤ ਕਰਨ ਵਿੱਚ ਵੀ ਲੱਗੇ ਹੋਏ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਚਾਰਧਾਮ ਯਾਤਰਾ ਦੇ ਨਾਲ ਅਮਰਨਾਥ ਯਾਤਰਾ, ਪੰਧਾਰਪੁਰ ਯਾਤਰਾ ਤੇ ਜਗਨਨਾਥ ਯਾਤਰਾ ਸਮੇਤ ਕਈ ਯਾਤਰਾਵਾਂ ਵੀ ਨੇੜੇ ਆ ਰਹੀਆਂ ਨੇ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਇਨ੍ਹਾਂ ਧਾਰਮਿਕ ਥਾਵਾਂ ਦੀ ਗਰਿਮਾ ਨੂੰ ਬਰਕਰਾਰ ਰੱਖਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਤਾਵਰਨ ਦਿਵਸ 5 ਜੂਨ ਨੂੰ ਮਨਾਇਆ ਜਾਏਗਾ। ਉਨ੍ਹਾਂ ਕਿਹਾ ਕਿ ਇੱਥੇ ਉਸਾਰੂ ਵਾਤਾਵਰਨ ਮੁਹਿੰਮ ਚਲਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਨੇ ਸਰੋਤਿਆਂ ਨੂੰ ਸਫਾਈ ਤੇ ਦਰਖਤ ਲਾਉਣ ਲਈ ਕੁਝ ਕੋਸ਼ਿਸ਼ਾਂ ਲਈ ਕਿਹਾ। 8ਵਾਂ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਏਗਾ। ਇਸ ਸਾਲ ਦੇ ਯੋਗ ਦਿਵਸ ਦਾ ਵਿਸ਼ਾ ਹੈ ਮਾਨਵਤਾ ਲਈ ਯੋਗ। ਸ਼੍ਰੀ ਮੋਦੀ ਨੇ ਹਰ ਇੱਕ ਨੂੰ ਯੋਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਉਣ ਲਈ ਤੇ ਨਾਲ ਹੀ ਕੋਰੋਨਾ ਸੰਬੰਧੀ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।
प्रधानमंत्री ने कहा कि उन्होंने देश ते विदेश में योग दिवस नूं ਵੱਖ-ਵੱਖ तरीके नाल मनाए जाण बारे पता लग्या। इन्हां विचों एक तरीका है गार्जियन रिंग। इस विच सूरज जिवें जिवें अगे वधदा है धरती दे ਵੱਖ-ਵੱਖ हिस्सिਆਂ ਤੋਂ योग नाल उसका स्वागत किया जाता है। ਵੱਖ-ਵੱਖ देशों में भारतीय मिशनां ਵੱਲੋਂ ਸਥਾਨਕ ਸਮੇਂ ਦੇ ਅਨੁਸਾਰ सूरज के चढ़न के मुताबिक योग प्रोग्रामां का प्रबंध किया जाएगा। देश में अमृत महोत्सव नूं ध्यान विच रखदे इस बार अंतरराष्ट्रीय योग दिवस देश ਦੀਆਂ 75 ਮੁਕਤਾਵਾਂ ਤੇ मनाया जाएगा। प्रधानमंत्री ने लोगों को योग दिवस मनाने की अपील की ते अपने शहर कस्बे जां पिंड विच कोई भी अजिही थां चुनण लई कहा जो खास होवे। इह थां कोई प्राचीन मंदिर हो सकती है, सैर सपाटा केंद्र हो सकती है जां किसी प्रसिद्ध दरिया झील ते तलाअ दे कंढे हो सकते हैं। उन्होंने कहा कि अजिहा करके उस इलाके की पछाण मुड़ बहाल होएगी ते सैर सपाटे नूं उत्साह मिलेगा। श्री मोदी ने कुछ जापानी लोगों बारे भी गल की जिन्हां दा भारत नाल बेथा लगा ते प्यार है। इन्हां विचों एक ने हिरोशी कोइके जो कि आर्ट डायरैक्टर के तौर पर जाने जाते हैं। उन्होंने महाभारत प्रोजैक्ट का निर्देशन किया जो कि कंबोडिया में शुरू होया सी ते पिछले 9 सालों तो चल रहा है। प्रधानमंत्री ने मुड़ याद किया कि वह किस तरह अतसुशी मत्सू और केंजी जोशी नूं अपने जापान के हालिया दौरे दौरान मिले ने। दोवें ही TEM प्रोडक्शन कंपनी के नाल जुड़े हुए हैं। यह कंपनी रामायण ते आधारित जापानी एनीमेशन फिल्म नाल संबंधित है जिसनूं 1993 में रिलीज किया गया सी। यह प्रोजैक्ट जापान के बहुत ही प्रसिद्ध फिल्म निर्देशक युगो साको नाल संबंधित है। 40 साल पहला 1983 में उन्होंने पहली बार रामायण बारे जाना सी। रामायण ने उन्होंने दिल नूं टुंबिया। बाद में उन्होंने इस ते गहराई नाल काम किया। उन्होंने जापानी भाषा में रामायण के 10 अनुवादों को पढ़िया तो इसनूं एनीमेशन राही दिखाया। उन्होंने कहा कि माण ते हैरानी वाली गल है कि जापान के लोगों में भारतीय सभ्याचार वास्ते समर्पता ते श्रद्धा है। प्रधानमंत्री ने कहा कि स्वै तो उपर उठ के समाज सेवा का मंत्र भारतीय कदरां कीमतां ते संस्कारां का हिस्सा है। उन्होंने इसलिए आंध्र प्रदेश में मार्कापुरम तो राम भूपाल रेड्डी की उदाहरण दी। राम भूपाल ने सेवा मुक्त होने के बाद मिलने वाली अपनी पूरी कमाई कुड़ियां की सिक्ख्या लई दान कर दी। उन्होंने सुकन्या समृद्धि योजना तहत लगभग 100 कुड़ियां के खाते खुलवाए ते इन्हां विचों 25 लाख तो वध रुपए जमा करवाए गए। श्री मोदी ने उत्तर प्रदेश के आगरा के कचोरा पिंड का उदाहरण दिता। इत्थे बहुत सारे सालों तो पिंड में पीण वाले पानी की कमी सी। अजिहे विच पिंड के किसान कंवर सिंह नूं अपने पिंड तो कोई 6-7 किलोमीटर की दूरी से पीने वाला मिठा पानी मिलिया। कंवर सिंह ने अपने छोटे भरा श्याम सिंह नाल मिल के अपनी पूरी कमाई नाल पाइपलाइन विछा के पिंड तक मिठा पानी पहुंचाया। श्री मोदी ने कहा कि फर्ज के राह से अगे वध के ही समाज मजबूत हो सकता है। उन्होंने कहा कि इस संकल्प के नाल ही आज़ादी का अमृत महोत्सव मनाया जाना चाहिए है। दक्षिण पश्चिमी मानसून अगले तय समय अनुसार 3 दिन पहला ही अज केरला पहुंच गया। खबरों मुताबिक केरला के कई हिस्सों में पिछले कुछ दिनों तो दरमियानी तो भारी बारिश हो रही है। प्रसिद्ध पंजाबी गायक शुभदीप सिंह सिद्धू जिसनूं कि सिद्धू मूसेवाला वजों जाने जाता है अज मानसा जिले के जवार के पिंड में अनपछाते कातलों ने गोलियां मार के मार दिता है। खबरों मुताबिक कातलों ने उन्हां ते लगभग 30 तो 40 राउंड गोलियां दागियां जो अपनी थार गड्डी विच जा रहे सन। यह घटना सिद्धू मूसेवाला समेत 424 व्यक्तियों की पंजाब पुलिस वालों सुरक्षा वापस लैण के सिर्फ एक दिन बाद वापरी है। बांग्लादेश भारत मुसाफर रेल सेवावां ढाका तो मैत्री एक्सप्रैस रेलगड्डी नूं रवाना करन दे नाल 2 साल मगरों अज मुड़ शुरू हो गई ने। 170 तो वध मुसाफरां नाल इस रेलगड्डी नूं बांग्लादेश रेलवे के डायरैक्टर जनरल धीरेंद्र नाथ मजूमदार वालों ढाका छावनी स्टेशन तो रवाना किया गया। अज संयुक्त राष्ट्र अमन फौज अंतरराष्ट्रीय दिवस है। पिछले 2 दहाकिਆਂ तो यह दिन इन्हां अमन फौजां लई जिन्हां नूं ब्लू हैलमेट्स भी कहा जाता है सुरक्षा शांति ते स्थिरता नूं उत्साहित करने लई उन्हां दी भूमिका वास्ते पूरी दुनिया वालों याद किया जाता है। 10 लाख तो वध संयुक्त राष्ट्र अमन फौजां ने 1948 तो अजिहियां 72 कार्रवाइयां विच हिस्सा लिया। इस साल का विषय है लोक शांति प्रगति भाईवालियां दी ताकत। भारत ने संयुक्त राष्ट्र दीयां अमन कार्रवाइयां ते एक अहम भूमिका निभाई है। 4 भारतीयों समेत 22 लोगों के नाल नेपाल विच एक प्राइवेट जहाज जो लापता हो गया सी मुस्तांग विच कोवांग विखे मिलिया। स्थानक लोगों वालों नेपाल की फौज नूं मुहैया की गई जानकारी के अनुसार तारा एयरप्लेन मानापट्टी हिमल विखे लामचे दरिया विच डिग पिया। नेपाली फौज ने कहा कि वह जमीन ते हवाई रस्तों हादसे वाली थां ते पहुंच रही है। आखिर विच खास खबरां एक बार फिर सुन लो। प्रधानमंत्री नरेंद्र मोदी ने देश के यूनीकॉर्न्स की गिनती 100 तक पहुंचने से मान बताया। आकाशवाणी के अपने मन की बात प्रोग्राम में उन्होंने जानकारी दी है कि यूनीकॉर्न्स का कुल मुलांकन 25 लाख करोड़ रुपए तो वध हो गया है। प्रधानमंत्री ने देश की पिछाई वनसबनता मजबूत करने काम करने वाले साधारण व्यक्तियों की कोशिशों की तारीफ की है। दक्षिण पश्चिमी मानसून अज केरला पहुंच गया है। इस दे नाल ही आकाशवाणी तो खबरों का बुलेटिन खत्म होता है।